Hello everyone. Today we are going to discuss about the sixth poem of plus 2 class, Father Returning Home, written by famous English poet Dalip Chitre. Dear students, this poem is taken from the collection of poems by Dalip Chitre under the title Traveling in a Case. And in this poem, Dalip Chitre explains the character of a modern man in complex urban world. ਅਸੀਂ ਦੇਖਦੇ ਹਾਂ ਕਿ ਦਲੀਪ ਚਿਤਰੇ ਨੇ ਇਸ ਪੋਇਮ ਦੇ ਰਾਹੀਂ ਸਾਨੂੰ ਉਹ ਗੱਲਾਂ ਦੱਸੀਆਂ ਨੇ, ਉਹਨਾਂ ਗੱਲਾਂ ਵੱਲ ਇਸ਼ਾਰਾ ਕੀਤਾ ਹੈ ਕਿ ਕਿਸ ਤਰ੍ਹਾਂ ਅੱਜ ਦਾ ਮਨੁੱਖ ਮਟੀਰੀਅਲਿਸਟਿਕ ਲਾਈਫ ਦੇ ਵਿੱਚ ਜਿਉਂਦਿਆਂ ਹੋਇਆਂ ਆਪਣੇ ਆਪ ਤੋਂ ਟੁੱਟ ਰਿਹਾ ਹੈ, ਆਪਣੇ ਪਰਿਵਾਰ ਤੋਂ ਟੁੱਟ ਰਿਹਾ ਹੈ, ਆਪਣੇ ਆਪ ਨੂੰ ਕਿਵੇਂ ਇਕੱਲਤਾ ਦੇ ਵਿੱਚ ਲੈ ਕੇ ਜਾ ਰਿਹਾ ਹੈ। ਸੋ ਦਲੀਪ ਚਿਤਰੇ ਫਾਦਰ ਰਿਟਰਨਿੰਗ ਹੋਮ ਦੇ ਵਿੱਚ ਕੀ ਕਹਿ ਰਹੇ ਨੇ ਕਿ it gives us the picture of a sad old man who travels to work by a local train every day in Mumbai. ਮੁੰਬਈ ਦੇ ਵਿੱਚ ਸਫ਼ਰ ਕਰਨ ਵਾਲੇ ਇੱਕ ਮਨੁੱਖ ਦੇ ਕਰੈਕਟਰ ਨੂੰ ਸਿੰਬੋਲਿਕਲੀ ਲੈ ਕੇ ਪੂਰੇ ਸੰਸਾਰ ਦੇ ਉਸ ਮਨੁੱਖ ਦੇ ਕਰੈਕਟਰ ਨੂੰ ਇੱਥੇ ਰਿਪਰੈਜ਼ੈਂਟ ਕੀਤਾ ਗਿਆ ਹੈ। ਕਿਹੜੇ ਦੇ ਨੂੰ? He feels lonely even in a crowd. His isolation is seen in his inability to have dialogue with his family members and his friends. He feels totally uneasy in his present. So the old man ultimately enters into the distant world of the past or into the world of his own dreams. So at last, Dalip Chitre told, the modern man seems to be alienated in a complex urban world. ਇਹ ਗੱਲ ਸੱਚ ਹੈ। ਦਲੀਪ ਚਿਤਰੇ ਨੇ ਭਾਵੇਂ ਕਿੰਨੇ ਹੀ ਸਮਾਂ ਪਹਿਲਾਂ ਇਹ ਪੋਇਮ ਲਿਖੀ ਹੈ, ਪਰ ਅੱਜ ਦੇ ਮਨੁੱਖ ਦੀ ਇਹ ਕਹਾਣੀ, ਅੱਜ ਵੀ ਮਟੀਰੀਅਲਿਸਟਿਕ ਲਾਈਫ ਦੇ ਪਿੱਛੇ ਭੱਜ ਰਹੇ ਮਨੁੱਖ ਦੀ ਇਹ ਕਹਾਣੀ ਸਾਨੂੰ ਸਾਖਸ਼ਾਤ ਰੂਪ ਦੇ ਵਿੱਚ ਕਾਫੀ ਗੱਲਾਂ ਵੱਲ ਸੰਕੇਤ ਕਰਾਉਂਦੀ ਹੈ ਤੇ ਸਾਡੇ ਅੰਦਰਲੇ ਦਰਦ ਨੂੰ ਬਿਲਕੁਲ ਨਿਖਾਰ ਕੇ ਸਾਡੇ ਸਾਹਮਣੇ ਰੱਖਦੀ ਹੈ। Dear students, now after introduction we are starting the explanation of the poem Father Returning Home, written by Dalip Chitre. Now come on the first stanza. My father travels on the late evening train, standing among silent commuters in the yellow light. Suburbs slide past his unseeing eyes. His shirt and pants are soggy and his black raincoat stained with mud and his bag stuffed with books is falling apart. Students, first stanza ਦੇ ਵਿੱਚ ਦਲੀਪ ਚਿਤਰੇ ਨੇ ਇੱਕ ਕਰੈਕਟਰ ਮਾਈ ਫਾਦਰ ਆਫ ਦਾ ਪੋਇਟ, ਉਸ ਨੂੰ ਲੈ ਕੇ ਉਸ ਕਰੈਕਟਰ ਨੂੰ ਕਿਸ ਢੰਗ ਨਾਲ ਉਭਾਰਿਆ ਹੈ ਕਿ ਇੱਕ ਪਿਤਾ ਮੁੰਬਈ ਵਰਗੇ ਸ਼ਹਿਰ ਦੇ ਵਿੱਚ, ਜੋ ਕਿ ਮਹਾਨਗਰ ਹੈ, ਮੈਟਰੋਪੋਲੀਟਨ ਸਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਘਰੋਂ
ਕੰਮ ਕਰਨ ਲਈ ਜਾਂਦਾ ਹੈ ਤੇ ਲੇਟ ਆਉਣ ਵਾਲੀ ਟ੍ਰੇਨ ਦੇ ਉੱਤੇ ਕੰਮਕਾਰ ਕਰਨ ਤੋਂ ਬਾਅਦ ਵਾਪਸ ਆਉਂਦਾ ਹੈ। ਪੀਲੀਆਂ ਲਾਈਟਾਂ ਲੱਗੀਆਂ ਹੋਈਆਂ ਹਨ, ਗੱਡੀ ਲਗਾਤਾਰ ਟ੍ਰੇਨ ਜਾ ਰਹੀ ਹੈ। ਗਲੀਆਂ, ਮੁਹੱਲੇ, ਘਰ, ਪਿੰਡ, ਸ਼ਹਿਰ ਜਿਸ ਤਰ੍ਹਾਂ ਚੱਲਦੀ ਹੋਈ ਗੱਡੀ ਉਹਨਾਂ ਕੋਲ ਦੀ ਲੰਘਦੀ ਜਾਂਦੀ ਹੈ, ਸਾਨੂੰ ਉਹ ਘੁੰਮਦੇ ਦਿਖਾਈ ਦਿੰਦੇ ਹਨ। ਇੱਥੇ ਵੀ ਇਹ ਪਿਤਾ ਬਹੁਤ ਸਾਰੀ ਭੀੜ ਦੇ ਵਿੱਚ ਉਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਹੈ। ਉਸ ਦੇ ਕੱਪੜੇ ਲਿਬੜੇ ਤਿਬੜੇ ਹਨ, ਉਸ ਦੇ ਬਲੈਕ ਰੇਨਕੋਟ ਪਾਇਆ ਹੋਇਆ ਹੈ, ਉਸ ਦੇ ਉੱਤੇ ਵੀ ਮਿੱਟੀ ਕਿੱਚੜ ਚੜਿਆ ਹੋਇਆ ਹੈ। ਉਸ ਦੇ ਮੋਢੇ ਵਿੱਚ ਬੈਗ ਹੈ, ਉਸ ਬੈਗ ਦੇ ਵਿੱਚ ਕਿਤਾਬਾਂ ਹਨ ਤੇ ਉਹ ਲਮਕਦਾ ਹੋਇਆ ਬੈਗ ਇਸ ਮਨੁੱਖ ਦੀ ਕਹਾਣੀ ਨੂੰ ਸਾਡੇ ਸਾਹਮਣੇ ਦਰਸਾ ਰਿਹਾ ਹੈ। Now come on the second stanza. His eyes dimmed by age. Dimmed means ਮੱਧਮ ਪੈ ਜਾਣਾ। Face homeward through the humid monsoon night. Now I can see him getting off the train like a word dropped from a long sentence. He hurries across the length of the grey platform, crosses the railway line, enters the lane. His chappals are sticky with mud, but he hurries forward. Dear students, ਇਸ ਸਟੈਂਜਾ ਦੇ ਵਿੱਚ ਉਸ ਫਾਦਰ ਜੋ ਕਿ 올ਡ ਏਜ ਹੈ, ਪੂਰੇ ਦਿਨ ਦਾ ਥੱਕਿਆ ਹੋਇਆ ਹੈ, ਗਰਮੀ ਦਾ ਮੌਸਮ ਹੈ, ਉਸ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਨਮੀ ਜ਼ਿਆਦਾ ਹੈ, ਜਿਸ ਤਰ੍ਹਾਂ ਸਾਡੇ ਭਾਦੋਂ ਦਾ ਮੌਸਮ ਹੁੰਦਾ ਹੈ, ਉਸ ਮੌਸਮ ਦੇ ਵਿੱਚ ਉਸ ਦੀਆਂ ਅੱਖਾਂ ਦੀ ਰੌਸ਼ਨੀ ਬੁੱਢਾ ਹੋਣ ਦੇ ਕਾਰਨ ਅਤੇ ਮੌਨਸੂਨ ਨਾਈਟ ਦੀ ਜ਼ਿਆਦਾ ਹਿਊਮਿਡਿਟੀ ਹੋਣ ਦੇ ਕਾਰਨ ਬਹੁਤ ਜ਼ਿਆਦਾ ਮੱਧਮ ਪੈ ਚੁੱਕੀ ਹੈ। ਉਹ ਟ੍ਰੇਨ ਵਿੱਚੋਂ ਉਤਰਦਾ ਹੈ, ਜਿਵੇਂ ਇੱਕ ਸੈਂਟੈਂਸ ਦੇ ਵਿੱਚੋਂ ਕਿਸੇ ਵਰਡ ਨੂੰ ਅਸੀਂ ਛੱਡ ਦਈਏ, ਇੱਕ ਸ਼ਬਦ ਨੂੰ ਛੱਡ ਦਈਏ। ਉਸ ਨੂੰ ਕਾਹਲੀ ਹੈ, ਗ੍ਰੇ ਕਲਰ ਦੇ ਪਲੇਟਫਾਰਮ ਦੇ ਉੱਤੋਂ ਦੀ ਲੰਘਦਾ ਹੋਇਆ ਉਹ ਰੇਲਵੇ ਲਾਈਨ ਨੂੰ ਕ੍ਰਾਸ ਕਰਕੇ ਬਾਹਰ ਉਸ ਗਲੀ, ਲੇਨ ਮੀਨਸ ਗਲੀ, ਉਸ ਗਲੀ ਦੇ ਵਿੱਚ ਚਲਾ ਜਾਂਦਾ ਹੈ ਜਿਸ ਗਲੀ ਦੇ ਵਿੱਚ ਉਸ ਦਾ ਘਰ ਹੈ। ਉਸ ਦੀਆਂ ਚੱਪਲਾਂ ਦੇ ਉੱਤੇ ਮਿੱਟੀ ਘੱਟਾ ਲੱਗਿਆ ਹੋਇਆ ਹੈ ਤੇ ਉਹ ਤੇਜ਼ੀ ਨਾਲ ਆਪਣੇ ਘਰ ਵੱਲ ਨੂੰ ਜਾ ਰਿਹਾ ਹੈ। ਓਕੇ, ਥਰਡ ਸਟੈਂਜਾ। Home again, I see him drinking weak tea, eating a stale chapati, reading a book. He goes into the toilet to contemplate man's estrangement from a man-made world. Coming out, he trembles at the sink, the cold water running over his brown hands. A few droplets cling to the graying hairs on his wrists. Dear students, ਇਸ ਲਾਈਨਾਂ ਦੇ ਵਿੱਚ ਦਲੀਪ ਚਿਤਰੇ ਜਦੋਂ ਉਹ ਵਿਅਕਤੀ ਆਪਣੇ ਘਰ ਪਹੁੰਚ ਜਾਂਦਾ ਹੈ ਤਾਂ ਉਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ। ਉਸ ਨੂੰ ਪੀਣ ਦੇ ਲਈ ਵੀਕ ਟੀ ਮੀਨਸ ਬੇਹੀ ਚਾਹ, ਵੀਕ ਟੀ ਮੀਨਸ ਬੇਹੀ ਚਾਹ। ਉਹ ਹੁਣ ਘਰੇ ਪਹੁੰਚਿਆ, ਪੂਰੇ ਦਿਨ ਦਾ ਥੱਕਿਆ ਟੁੱਟਿਆ, ਉਸ ਨਾਲ ਵਿਵਹਾਰ ਕਿਸ ਤਰ੍ਹਾਂ ਦਾ ਹੋ ਰਿਹਾ ਹੈ। ਬੇਹੀ ਚਾਹ ਦਿੱਤੀ ਜਾਂਦੀ ਹੈ। ਉਸ ਨੂੰ ਸਟੇਲ ਚਪਾਤੀ, ਬੇਹੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਹਨ, ਖਾਣਾ ਦਿੱਤਾ ਜਾਂਦਾ ਹੈ। ਹੀ ਗੋਜ਼ ਇਨਟੂ ਦਾ ਟੋਇਲਟ। ਉਹ ਜਦੋਂ ਇਸ ਤਰ੍ਹਾਂ ਦਾ ਵਿਵਹਾਰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਥੱਕਿਆ ਟੁੱਟਿਆ ਆਉਣ ਦੇ ਬਾਵਜੂਦ ਉਹ ਬਹੁਤ ਜ਼ਿਆਦਾ ਤੰਗ ਆ ਜਾਂਦਾ ਹੈ। ਉਹ ਤੰਗ ਆ ਕੇ ਪਹਿਲਾਂ ਆਪਣੀ ਉਸ ਇਰੀਟੇਸ਼ਨ ਨੂੰ ਖਤਮ ਕਰਨ ਦੇ ਲਈ ਉਹ ਟੋਇਲਟ ਵਿੱਚ ਜਾ ਕੇ ਕੁਝ ਸਮਾਂ ਉੱਥੇ ਬਤੀਤ ਕਰਦਾ ਹੈ।
ਇੱਥੇ ਅਸੀਂ ਦੇਖਦੇ ਹਾਂ ਕਿ ਮਨੁੱਖ ਨੇ ਆਪ ਹੀ ਮੈਨ ਮੇਡ ਵਰਲਡ, ਇੱਕ ਵੱਖਰੀ ਕਿਸਮ ਦਾ ਸੰਸਾਰ ਜਿਸ ਦੇ ਵਿੱਚ ਉਹ ਖੁਦ ਜ਼ਿੰਮੇਵਾਰ ਹੈ, ਖੁਦ ਗੁਨਾਹਗਾਰ ਹੈ, ਉਸ ਦੇ ਵਿੱਚੋਂ ਫਸਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਉਹ ਜਦੋਂ ਹੱਥ ਧੋਣ ਲੱਗਦਾ ਹੈ ਉੱਥੇ ਉਸ ਨੂੰ ਠੰਡਾ ਪਾਣੀ ਜਿਹੜਾ ਕਿ ਬਹੁਤ ਠੰਡਾ ਲੱਗਦਾ ਹੈ, ਉਸ ਨੂੰ ਗਰਮ ਪਾਣੀ ਵੀ ਨਹੀਂ ਮਿਲਦਾ ਗਾ, ਅਤੇ ਉਸ ਦੇ ਬਰਾਊਨ ਹੈਂਡਸ ਕੰਮ ਕਰਕੇ ਬੁੱਢੇ ਹੋਣ ਦੇ ਨਾਲ ਉਸ ਦੇ ਜਿਹੜੇ ਹੱਥ ਨੇ ਉਹ ਚਮੜੀ ਹੈ ਉਸਦੀ ਉਹ ਬਰਾਊਨ ਕਲਰ ਦੀ ਹੋ ਚੁੱਕੀ ਹੈ, ਅਤੇ ਉਸ ਦੇ ਜਿਹੜੇ ਵਾਲ ਨੇ ਉੱਪਰਲੇ ਪਾਸੇ ਉਹਨਾਂ ਦੇ ਨਾਲ ਡ੍ਰੌਪਲੇਟਸ ਚਿਪਕੇ ਹੋਏ ਰਹਿ ਜਾਂਦੇ ਹਨ ਕਲਾਈ ਦੇ ਉੱਤੇ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਦਲੀਪ ਚਿੱਤਰੇ ਇਹਨਾਂ ਲਾਈਨਾਂ ਦੇ ਵਿੱਚ ਇੱਕ ਮਨੁੱਖ ਜਿਸ ਦਾ ਕਿ ਆਪਣਾ ਪਰਿਵਾਰ ਹੈ, ਉਸ ਦਾ ਪਰਿਵਾਰ ਉਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ, ਮਾੜਾ ਵਰਤਾਓ ਕਰ ਰਿਹਾ ਹੈ, ਜਿਹੜਾ ਉਸ ਨੂੰ ਚੰਗਾ ਨਹੀਂ ਲੱਗਦਾ ਗਾ। ਅਤੇ ਜਦੋਂ ਉਸ ਨੂੰ ਚੰਗਾ ਨਹੀਂ ਲੱਗਦਾ ਗਾ ਤਾਂ ਉਹ ਉਸ ਇਕੱਲਤਾ ਦੇ ਵਿੱਚ, ਉਸ ਆਈਸੋਲੇਸ਼ਨ ਦੇ ਵਿੱਚ, ਲੋਨਲੀਨੈਸ ਤੋਂ ਬਚਣ ਦੇ ਲਈ ਉਹ ਤਰ੍ਹਾਂ ਦੇ ਤਰੀਕੇ ਅਪਣਾਉਂਦਾ ਹੈ। ਕਦੇ ਕਿਤਾਬ ਪੜ੍ਹਨ ਲੱਗ ਜਾਂਦਾ ਹੈ, ਕਦੇ ਉਹ ਟਾਇਲਟ ਦੇ ਵਿੱਚ ਚਲਾ ਜਾਂਦਾ ਹੈ, ਅਤੇ ਇਸ ਤਰ੍ਹਾਂ ਕਰਕੇ ਉਹ ਉਸ ਇਕੱਲਤਾ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ, ਇਰੀਟੇਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਹੀ ਬਣਾਏ ਸੰਸਾਰ ਤੋਂ ਬਚਣ ਦੇ ਲਈ। Now the last stanza of the poem, Father Returning Home. His sullen children have often refused to share jokes and secrets with him. He will now go to sleep listening to the static on the radio, dreaming of his ancestors and grandchildren, thinking of nomads entering a subcontinent through a narrow past. Dear students, ਇਸ ਲਾਸਟ ਸਟੈਂਜਾ ਦੀਆਂ ਲਾਈਨਸ ਦੇ ਵਿੱਚ ਦਲੀਪ ਚਿੱਤਰੇ ਕਨਕਲੂਡ ਕਰਦਿਆਂ ਹੋਇਆਂ ਉਸ ਮਨੁੱਖ ਦੀ ਮਾੜੀ ਦਸ਼ਾ, ਜਿਸ ਨੂੰ ਆਪਣੇ ਪਰਿਵਾਰ ਦੇ ਵਿੱਚ ਉਸ ਹੀ ਪਰਿਵਾਰ ਦੇ ਮੈਂਬਰ ਹੀ ਚੰਗਾ ਵਰਤਾਓ ਨਹੀਂ ਕਰਦੇ, ਦਲੀਪ ਚਿੱਤਰੇ ਨੇ ਪਰਿਵਾਰ ਦੇ ਇੱਕ ਮੈਂਬਰ ਰਾਹੀਂ, ਇੱਕ ਪਰਿਵਾਰ ਰਾਹੀਂ ਪੂਰੇ ਸਮੁੱਚੇ ਸੰਸਾਰ ਦੀ, ਕਿਹੜੇ ਸੰਸਾਰ ਦੀ? ਮਾਡਰਨ ਸੁਸਾਇਟੀ ਦੇ ਸਮਾਜ ਦੀ, ਮੈਟਰੋਪੋਲੀਟਨ ਸਿਟੀ ਵਿੱਚ ਵਿਚਰਦੇ ਲੋਕਾਂ ਦੇ ਸਮਾਜ ਦੀ, ਜਾਂ ਅੱਜ ਦੇ ਮਟੀਰੀਅਲਿਸਟਿਕ ਲਾਈਫ ਵਾਲੇ ਸਮਾਜ ਦੀ ਗੱਲ ਦਸ਼ਾ ਸਾਡੇ ਸਾਹਮਣੇ ਰੱਖੀ ਹੈ ਕਿ ਉਹ ਬਜ਼ੁਰਗ ਜਦੋਂ ਉਹ ਆਪਣੇ ਘਰ ਵਾਪਸ ਆ ਕੇ ਬੱਚਿਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਪੋਤੇ ਪੋਤੀਆਂ ਜਾਂ ਉਸ ਦੇ ਬੱਚੇ ਉਸ ਨਾਲ ਕੋਈ ਵੀ ਗੱਲ, ਨਾ ਕੋਈ ਹਾਸਾ ਮਜ਼ਾਕ, ਨਾ ਕੋਈ ਘਰ ਦੀ ਕੋਈ ਕਬੀਲਦਾਰੀ ਦੀ ਗੱਲ ਸਾਂਝੀ ਨਹੀਂ ਕਰਦੇ। ਤਾਂ ਫਿਰ ਉਹ ਅੱਕ ਕੇ ਸੌਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਨੀਂਦ ਨਹੀਂ ਆ ਰਹੀ। ਫਿਰ ਉਹ ਰੇਡੀਓ ਲਗਾ ਲੈਂਦਾ ਹੈ। ਰੇਡੀਓ ਔਨ ਕਰਨ ਦਾ ਮਕਸਦ ਉਹਦਾ ਇਹ ਨਹੀਂ ਹੈ ਕਿ ਕੋਈ ਸੌਂਗ ਸੁਣਨੇ ਨੇ, ਕੋਈ ਨਿਊਜ਼ ਸੁਣਨੀਆਂ ਨੇ, ਨੋ। ਉਹ ਰੇਡੀਓ 'ਤੇ ਕੁਛ ਵੀ ਚਲਾ ਦਿੰਦਾ ਹੈ ਅਤੇ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਚੱਲਦਾ ਕੀ ਹੈ। ਅਸਲ ਦੇ ਵਿੱਚ ਚੱਲ ਕੀ ਰਿਹਾ ਹੁੰਦਾ ਹੈ ਕਿ ਇਕੱਠੇ ਜਦੋਂ ਦੋ ਸਟੇਸ਼ਨ ਚੱਲ ਰਹੇ ਨੇ, ਉਹਦੀ ਟਿਊਨਿੰਗ ਪਰਫੈਕਟ ਨਹੀਂ ਹੈ ਤਾਂ ਉਹਨੂੰ ਕੋਈ ਵੀ ਗੱਲਬਾਤ ਸਮਝ ਨਹੀਂ ਆ ਰਹੀ ਅਤੇ ਨਾ ਹੀ ਉਹ ਸਮਝਣਾ ਚਾਹੁੰਦਾ। ਅਸਲ ਦੇ ਵਿੱਚ ਉਹ ਰੇਡੀਓ ਦੇ ਰਾਹੀਂ ਇੱਕ ਸ਼ੋਰ ਸ਼ਰਾਬਾ ਪੈਦਾ ਕਰ ਲੈਂਦਾ ਹੈ ਤਾਂ ਕਿ ਉਸ ਨੂੰ ਉਹਦੇ ਪਰਿਵਾਰ ਦੇ ਦੂਸਰੇ ਕਮਰਿਆਂ ਵਿੱਚ ਪਏ ਹੋਏ ਮੈਂਬਰਾਂ ਦੀ ਆਵਾਜ਼ ਸੁਣਾਈ ਨਾ ਦੇਵੇ, ਜਿਸ ਤੋਂ ਕਿ ਉਹ ਤੰਗ ਆ ਗਿਆ ਹੈ। ਅਤੇ ਫਿਰ ਉਹ ਆਪਣੇ ਪੂਰਵਜਾਂ ਵਾਲੇ ਪੁਰਾਣੇ ਸਮੇਂ ਨੂੰ ਯਾਦ ਕਰਦਾ ਹੈ ਵੀ ਉਹ ਸਮਾਂ ਬਹੁਤ ਵਧੀਆ ਸੀ। ਉਹ ਸਮਾਂ ਫਿਰ ਉਹ ਆਪਣੇ ਗ੍ਰੈਂਡ ਚਿਲਡਰਨ ਦੇ ਰਾਹੀਂ ਕੀ ਸੋਚਦਾ ਹੈ ਕਿ ਮੈਂ ਜਦੋਂ ਆਪ ਖੁਦ ਬਹੁਤ ਛੋਟੀ ਉਮਰ ਦੇ ਵਿੱਚ ਹੁੰਦਾ ਸੀ, ਉਹ ਸਮਾਂ ਚੰਗਾ ਸੀ। ਉਦੋਂ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬਹਿੰਦੇ ਸਾਂ, ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਸੀ, ਸਾਰਿਆਂ ਦਾ ਸਤਿਕਾਰ, ਪ੍ਰੇਮ ਪਿਆਰ ਇੱਕੋ ਜਿਹਾ ਹੁੰਦਾ ਸੀ। ਤਾਂ ਪਰ ਅੱਜ ਦਾ ਮਨੁੱਖ ਆਪਣੇ ਆਪ ਨੂੰ ਇੰਨਾ ਜ਼ਿਆਦਾ ਲੋਨਲੀ ਮਹਿਸੂਸ ਕਰਦਾ ਹੈ, ਇੰਨਾ ਜ਼ਿਆਦਾ ਆਪਣੇ ਪਰਿਵਾਰ ਤੋਂ ਤੰਗ ਆ ਚੁੱਕਿਆ, ਉਹਨਾਂ ਦੇ ਬੈਡ ਬਿਹੇਵੀਅਰ ਤੋਂ, ਇਲ ਮੈਨਰ ਤੋਂ,
कि वो अपने आप नूं उस पुरानी दुनिया दे विच लैके जाना चाहुंदा है, अपने सुपनियां दे संसार दे विच लैके जाना चाहुंदा है, ताकि वो इस मैन मेड वर्ल्ड तो अपने परिवार के उन्हां कुरखत सुभाव वाले मैंबरां तो खैड़ा छड़ा सके। ਤਾਂ कुल मिला के असीं ये गल कह सकते हाँ कि इस स्टोरी दे विच इस पोएम दे विच फादर रिटर्निंग होम दे विच भी एक पिता अपने घर वापस आके भी अपने आप नूं घर आया महसूस नहीं कर रहा, उसनूं अपना घर भी बेगाना घर लग रहा है। क्यों? क्योंकि उसनूं उस घर दे विच अपने ही घर दे विच अपने ही परिवार दे मैंबर उस नाल कोई गलबात नहीं करते, ਤਾਂ ਉਸ ਦਾ ਉੱਥੇ ਜੀ नहीं लगता, पर उसनूं मजबूरी बस रहना पै रहा है। ये होनी अज दे मैन मेड वर्ल्ड दी है, खुद मनुख ने ही ये अपनी दशा आप तैयार की है। तो ये इस पोएम के राही दलीप चित्रे ने मॉडर्न मैन के करैक्टर नूं उभारदिआं उस दे अंदरले जो हकीकत है, दुख दर्द हैं उसके रिश्ते नाते टुटदियां दे उसनूं साडे सामने उभार के रखा है। तो डियर स्टूडेंट, सानूं इस तो एक मैसेज लेना चाहिए है कि सानूं अपने रिश्ते नातिਆਂ ਨੂੰ प्रॉपर निभाउणा चाहिए है, बजुर्गों का सत्कार करना चाहिए है, किसी नूं भी अखों परोखे नहीं करना चाहिए। इंज ना लगे कि इस संसार दे विच कोई भी साडा परिवार दा जी परिवार दे विच रहिंदिआं होइआं भी अपने आप नूं अलग थलग महसूस करे। ये साडा दलीप चित्रे दा साडे सारिआं दे लई इह मैसेज है। Dear students, now come on the central idea of the poem Father Returning Home, written by Daleep Chitri. Central idea of this poem is about the modern man's alienations from the man-made world. This world is full of hurry and worry. हर एक मनुख नूं काली है, चिंता है। Nobody has the time to take interest in others. किसी को समा नहीं एक दूजे दे लई। The senior citizens are neglected a lot in society. Senior citizen means 60 साल तो वड्डी उम्र दे बजुर्ग, उन्हां दी तां साडी सोसाइटी विच बहुत ही ज़्यादा दुर्दशा है। The poem gives us a picture of a sad old man who travels to work by local train every day in the city of Mumbai. दलीप चित्रे ने मुंबई विच सफ़र करने वाले रहने वाले एक बजुर्ग की कहानी इस पोएम के राही साडे सामने रखी है। उस मनुख के दुखों की कहानी, सैड ओल्ड मैन जिहड़ा हर रोज़ सफ़र करता है, कंमकार करता है। He does not feel comfortable at home in his environment. देखो ना वो ट्रेन दे विच जिन्हां लोकां दे नाल वो जांदा आउंदा है, किन्नी भीड़ हुंदी है, उत्थे भी अपने आप नूं कंफर्टेबल नहीं फील करता, ते ना ही वो अपने घर दे विच जिथे परिवार दे मैंबर हुंदे हन उस वातावरण दे विच भी अपने आप नूं सुरक्षित महसूस नहीं करता, कंफर्टेबल, उन्हें कोई आराम नहीं मिलता। He feels lonely even in a crowd. ट्रेन दे विच भी इन्ना रश, रस्ते विच भी रश, बट वो किसी नाल गल नहीं करता, उहदे नाल कोई गल नहीं करता। घर दे विच परिवार दे मैंबर घर जाके भी उस नाल कोई गल नहीं करता। His isolation is seen in his inability to have dialogue with his family or friends. हुण वो लोनली है, आइसोलेट है, ਉਹਦੀ आइसोलेशन कित्थों पता लगती है कि वो किसी नाल गल नहीं करता, ਉਹਦੇ नाल कोई गल नहीं करता। असल ਦੇ ਵਿੱਚ ਉਸ ਨਾਲ कोई गल नहीं करता, इस करके उसकी हिम्मत नहीं पैंदी किसी दे नाल
ਉਹਦੀ ਇਨਏਬਿਲਿਟੀ ਹੈ ਵੀ ਉਹ ਕਿਸੇ ਨਾਲ ਡਾਇਲੌਗ ਕਰ ਸਕੇ, ਕਿਸੇ ਨਾਲ ਗੱਲਬਾਤ ਕਰ ਸਕੇ। ਕਿਉਂ? ਕਿਉਂਕਿ ਉਸ ਨਾਲ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ, ਉਹ ਬਜ਼ੁਰਗ ਹੋ ਚੁੱਕਿਆ ਹੈ। ਹੀ ਫੀਲਸ ਅਨਈਜ਼ੀ ਇਨ ਹਿਜ਼ ਪ੍ਰੈਜ਼ੈਂਟ। ਉਹ ਬਜ਼ੁਰਗ ਉਹ ਕੰਮ ਕਰਦਿਆਂ ਹੋਇਆਂ ਵੀ ਉਸ ਸਮੇਂ ਦੇ ਵਿੱਚ ਜਿੱਥੇ ਇੰਨਾ ਰਸ਼ ਹੈ ਉੱਥੇ ਵੀ ਆਪਣੇ ਆਪ ਨੂੰ ਉਹ ਅਨਈਜ਼ੀ ਫੀਲ ਕਰਦਾ ਹੈ। ਉਹਦਾ ਜਿਹੜਾ ਵਰਤਮਾਨ ਸਮਾਂ ਹੈ ਅਸਲ ਦੇ ਵਿੱਚ ਪਹਿਲਾ ਸਮਾਂ ਉਸ ਦਾ ਵਧੀਆ ਸੀ, ਵਰਤਮਾਨ ਸਮੇਂ ਦੇ ਵਿੱਚ ਉਹ ਆਪਣੇ ਆਪ ਨੂੰ ਅਨਈਜ਼ੀ ਫੀਲ ਕਰਦਾ ਹੈ। ਜਦੋਂ ਕੋਈ ਵਿਅਕਤੀ ਅਨਈਜ਼ੀ ਫੀਲ ਕਰਦਾ ਹੈ ਤਾਂ ਨੈਚੁਰਲੀ ਹੈ ਵੀ ਉਹ ਆਪਣੇ ਆਪ ਦੀ ਜ਼ਿੰਦਗੀ ਨੂੰ ਬਸਰ ਕਰਨ ਵਾਸਤੇ ਕੁਛ ਨਾ ਕੁਛ ਤਾਂ ਕਰੇਗਾ ਹੀ। ਸੋ ਦਾ ਓਲਡ ਮੈਨ ਐਂਟਰਸ ਇਨਟੂ ਦਾ ਡਿਸਟੈਂਟ ਵਰਲਡ ਆਫ ਦਾ ਪਾਸਟ। ਦੇਖੋ ਇੱਥੇ ਗੱਲ ਇਸਨੇ ਕਵੀ ਨੇ ਕਹੀ ਹੈ ਕਿ ਉਹ ਵਿਅਕਤੀ ਇਹ ਨਹੀਂ ਵੀ ਆਪ ਚਲਾ ਜਾਂਦਾ ਹੈ ਪਿੱਛੇ ਨੂੰ, ਉਹਦੀ ਸੋਚ, ਉਹਦੀਆਂ ਸੋਚਾਂ ਦੀ ਲੜੀ, ਉਸਦੀ ਸੋਚ ਆਪਣੇ ਪਾਸਟ ਵੱਲ ਨੂੰ ਸੋਚਦੀ ਹੈ, ਉਸ ਸਮੇਂ ਵੱਲ ਨੂੰ ਜਦੋਂ ਉਹ ਛੋਟਾ ਹੁੰਦਾ ਸੀ, ਚੰਗਾ ਸਮਾਂ ਹੁੰਦਾ ਸੀ, ਵਧੀਆ ਸਮਾਂ ਹੁੰਦਾ ਸੀ। ਅੱਜ ਤੋਂ ਜੇ ਅਸੀਂ 60-70 ਸਾਲ ਪਿੱਛੇ ਚਲੇ ਜਾਈਏ ਤਾਂ ਉਦੋਂ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ। ਉਦੋਂ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਗੱਲ ਮਹਿਸੂਸ ਨਹੀਂ ਹੁੰਦੀ ਸੀ ਕਿ ਉਹ ਆਪਣੇ ਹੀ ਪਰਿਵਾਰ ਦੇ ਵਿੱਚ ਅਲੱਗ-ਥਲੱਗ ਹੋਵੇ। So the old man enters into the distant world of the past or into the world of his own dreams। ਉਹ ਆਪਣੇ ਸੁਪਨਿਆਂ ਦੀ ਜ਼ਿੰਦਗੀ ਦੇ ਵਿੱਚ, ਆਪਣੇ ਸੁਪਨਵੀ ਦੁਨੀਆ ਦੇ ਵਿੱਚ ਜਿਉਣ ਦੇ ਲਈ ਮਜਬੂਰ ਹੋ ਜਾਂਦਾ ਸੀ। ਐਟ ਲਾਸਟ ਬਿਲਕੁਲ ਕਨਕਲੂਜਨ ਹੈ, the modern man is alienated in a complex urban world। ਇੰਨਾ ਵੱਡਾ ਸੰਸਾਰ, ਇੰਨੀ ਦੁਨੀਆ, ਇੱਥੇ ਅਰਬਨ ਵਰਲਡ ਕਿਹਾ, ਅਰਬਨ ਮੀਨਸ ਸ਼ਹਿਰੀ, ਕਿਉਂਕਿ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਹਰੀ ਐਂਡ ਵਰੀ ਹੁੰਦੀ ਹੈ, ਉਹਨਾਂ ਨੂੰ ਇੱਕ ਦੂਜੇ ਦੇ ਬਾਰੇ ਵਿੱਚ ਕੋਈ ਚਿੰਤਾ ਨਹੀਂ ਹੁੰਦੀ। ਸੋ ਇਸ ਕਰਕੇ ਅੱਜ ਦਾ ਜੋ ਮਾਡਰਨ ਸੁਸਾਇਟੀ ਦਾ ਮਨੁੱਖ ਹੈ ਉਸਨੇ ਆਪ ਇਸ ਸੰਸਾਰ ਨੂੰ ਬਣਾਇਆ ਹੈ, ਆਪ ਇਸ ਕਾਹਲੀ ਦੇ ਵਿੱਚ ਉਹ ਪਿਆ ਹੈ ਤੇ ਅੱਜ ਉਹ ਆਪ ਹੀ ਆਪਣੇ ਬਣਾਏ ਹੋਏ ਸੰਸਾਰ ਤੋਂ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰ ਰਿਹਾ ਹੈ। ਡੀਅਰ ਸਟੂਡੈਂਟਸ, ਇਸ ਦੇ ਵਿੱਚ ਸਾਨੂੰ ਮੈਸੇਜ ਹੈ ਕਿ ਸਾਨੂੰ ਉਸ ਪੁਰਾਣੇ ਟਾਈਮ ਨੂੰ ਯਾਦ ਕਰਦਿਆਂ ਹੋਇਆਂ ਦਲੀਪ ਚਿੱਤਰੇ ਕਹਿੰਦਾ ਹੈ ਕਿ ਉਹ ਸਮਾਂ ਚੰਗਾ ਸੀ। ਇਹਦਾ ਮਤਲਬ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ ਦੇ ਵਿੱਚ ਜੋ ਕਮੀ ਪੇਸ਼ੀ ਆਈ ਹੈ ਉਸ ਨੂੰ ਸਾਨੂੰ ਦੂਰ ਕਰਨਾ ਚਾਹੀਦਾ ਹੈ ਤੇ ਇਸ ਸੰਸਾਰ ਦੇ ਵਿੱਚ ਸਾਨੂੰ ਸਾਰਿਆਂ ਦਾ ਬਰਾਬਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੋ ਇਹ ਕਮਜ਼ੋਰੀਆਂ ਆਈਆਂ ਹਨ ਹਿਊਮਨ ਬੀਇੰਗ ਦੇ ਰਿਲੇਸ਼ਨਸ਼ਿਪ ਵਿੱਚ ਉਸ ਨੂੰ ਸਾਨੂੰ ਸਵੀਕਾਰ ਕਰਦਿਆਂ ਹੋਇਆਂ ਇਹ ਜਿਹੜੀ ਪੋਇਮ ਹੈ ਸਾਨੂੰ ਬਹੁਤ ਹੀ ਅੱਛਾ ਇੱਕ ਮੈਸੇਜ ਦਿੰਦੀ ਹੈ ਬਜ਼ੁਰਗਾਂ ਦੇ ਸਤਿਕਾਰ ਦੇ ਬਾਰੇ ਵਿੱਚ, ਤਾਂ ਕਿ ਕੋਈ ਵੀ ਵਿਅਕਤੀ ਇਸ ਸੰਸਾਰ ਦੇ ਵਿੱਚ ਜਾਂ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਨਾ ਕਰੇ। Dear students, now we are discussing about the question answers of the poem Father Returning Home. It's as usual the first question always about the name of the poem and the name of the poet. So the first question is name the poem and the poet. Poem ਉਸ ਤੋਂ ਬਾਅਦ ਡੈਸ਼ ਪਾ ਕੇ ਤੁਸੀਂ ਪੋਇਮ ਦਾ ਨਾਮ ਲਿਖੋਗੇ। ਫਾਦਰ ਰਿਟਰਨਿੰਗ ਹੋਮ ਸਪੈਲਿੰਗਸ ਧਿਆਨ ਨਾਲ ਲਿਖਣੇ ਨੇ। ਐਂਡ ਦੈਨ ਸੈਕੰਡ ਲਾਈਨ ਦੇ ਵਿੱਚ ਪੋਇਟ ਡੈਸ਼ ਪਾ ਕੇ ਫਿਰ ਤੁਸੀਂ ਦਲੀਪ ਚਿੱਤਰੇ। ਸੋ ਇਸ ਨੂੰ ਇਸੇ ਮੈਥਡ ਨਾਲ ਲਿਖਣਾ ਹੈ। ਇਹਦਾ ਸੈਕੰਡ ਮੈਥਡ ਵੀ ਹੈ, ਉਸ ਨੂੰ ਕੋਸ਼ਿਸ਼ ਕਰਨੀ ਹੈ ਨਾ ਯੂਜ਼ ਕੀਤਾ ਜਾਵੇ, ਸੈਂਟੈਂਸ ਨਾ ਬਣਾਇਆ ਜਾਵੇ। ਸੈਕੰਡ ਕੁਐਸਚਨ ਹੈ ਸਾਡੇ ਕੋਲੇ, what is the condition of the eyes of the poet's father? किस तरह की उसकी कंडीशन है उसके बारे में गल पूछी गई है। तो बिल्कुल सिंपल आंसर है his eyes are dimmed। his eyes are dimmed। dimmed means मध्यम पै चुकी है रोशनी अखां दी। because of his old age नाल रीजन दिता गया है क्योंकि वो बुजुर्ग हो चुका है, इस करके उसकी जिहड़ी ये निगाह है वो कमज़ोर हो चुकी है। नाउ द नेक्स्ट क्वेश्चन, व्हाट डज द पोएट्स फादर डू आफ्टर क्रॉसिंग द रेलवे लाइन? ये पोएम दे विच भी बड़ा अपने एक्सप्लेनेशन के दौरान भी किया है कि रेलवे लाइन क्रॉस करने तो बाद वो कित्थे जा रहा है। इसका आंसर है ही एंटर्स द लेन। ही एंटर्स द लेन।
ਲੇਨ ਕਿਹੜੀ ਵੀ ਉਸੇ ਘਰ ਨੂੰ ਜਾਣ ਵਾਲੀ, ਆਪਾਂ ਨੂੰ ਜ਼ਿਆਦਾ ਡਿਟੇਲ ਜਾਣ ਦੀ ਲੋੜ ਨਹੀਂ ਹੈ। ਹੀ ਐਂਟਰਸ ਦਾ ਲੇਨ। ਓਕੇ, ਨੈਕਸਟ ਕੁਐਸਚਨ, ਰਾਈਟ 2 ਰੀਜ਼ਨਸ ਫਾਰ ਫਾਦਰਸ ਆਈਜ਼ ਬੀਇੰਗ ਟਿਮਡ। ਇਸ ਵਿੱਚ ਇਹ ਕੁਐਸਚਨ ਇਸ ਨਾਲ ਦਾ ਬਿਲਕੁਲ ਰਿਲੇਟਡ ਕੁਐਸਚਨ ਉੱਪਰ ਆ ਚੁੱਕਿਆ ਹੈ, ਬਟ ਇੱਥੇ ਉਸਨੇ 2 ਰੀਜ਼ਨਸ ਪੁੱਛੇ ਹਨ। ਇੱਕ ਰੀਜ਼ਨ ਆਪਾਂ ਨੇ ਉੱਥੇ ਵੀ ਡਿਸਕਸ ਕੀਤਾ ਸੀ, ਤਾਂ ਇੱਥੇ ਅਸੀਂ ਇਸ ਨੂੰ ਫਸਟ ਰੀਜ਼ਨ ਐਂਡ ਸੈਕੰਡ ਰੀਜ਼ਨ ਪਾ ਕੇ ਲਿਖ ਸਕਦੇ ਹਾਂ। ਤਾਂ ਉਸ ਵਿੱਚ ਕੀ ਹੈ, ਫਸਟ ਇਜ਼ ਦਾ ਡਿਊ ਟੂ ਓਲਡ ਏਜ, ਬਿਕੋਜ਼ ਆਫ ਹਿਜ਼ ਓਲਡ ਏਜ ਫਸਟ, ਐਂਡ ਸੈਕੰਡ ਬਿਕੋਜ਼ ਆਫ ਹਿਊਮਿਡ ਮੌਨਸੂਨ ਨਾਈਟ। ਇਹ 2 ਰੀਜ਼ਨ ਨੇ। ਅਗੇਨ ਲਿਸਨ, ਫਸਟ ਇਜ਼ ਦਾ ਕੀ ਪਾਉਣਾ ਆਪਣੇ, ਬਿਕੋਜ਼ ਆਫ of his old age, and B due to humid monsoon night। ਇਹ ਦੋਨੋਂ ਅਸੀਂ ਲਿਖ ਸਕਦੇ ਇਸ ਦੇ ਵਿੱਚ। Next question, where does father go after getting off the train? ਟ੍ਰੇਨ ਤੋਂ ਉਤਰ ਕੇ ਉਸ ਦਾ ਪਿਤਾ ਉਹ ਕਿੱਥੇ ਜਾਂਦਾ ਹੈ? ਇਹ ਵੀ ਆਪਾਂ ਪੋਇਮ ਦੇ ਵਿੱਚ ਐਕਸਪਲੇਨੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਕੀਤਾ ਸੀ। ਕਿੱਥੇ ਜਾਂਦਾ ਵੀ, ਹੀ ਐਂਟਰਸ ਦਾ ਲੇਨ ਵੇਅਰ ਹਿਜ਼ ਹੋਮ ਇਜ਼ ਸਿਚੁਏਟਡ। ਹੀ ਐਂਟਰਸ ਦਾ ਲੇਨ ਵੇਅਰ ਹਿਜ਼ ਹੋਮ ਇਜ਼ ਸਿਚੁਏਟਡ। ਉਹ ਉਸ ਲੇਨ ਦੇ ਵਿੱਚ ਜਾਂਦਾ ਹੈ, ਲੇਨ ਮੀਨਸ ਗਲੀ, ਜਿੱਥੇ ਜਿਸ ਗਲੀ ਵਿੱਚ ਉਸਦਾ ਘਰ ਹੈ। ਨੈਕਸਟ, explain the behavior of the old man's children towards him। ਬਾਰ-ਬਾਰ ਆਪਾਂ ਨੇ ਡਿਸਕਸ ਕੀਤਾ ਵੀ ਇਲ ਟ੍ਰੀਟ ਕੀਤਾ ਜਾਂਦਾ ਸੀ, ਬੈਡ ਬਿਹੇਵੀਅਰ ਸੀ ਉਸ ਨਾਲ ਕੋਈ ਬੋਲਣ ਨੂੰ ਤਿਆਰ ਨਹੀਂ ਸੀ। ਤਾਂ ਇਸ ਵਿੱਚ ਵੀ ਉਹੀ ਗੱਲ ਪੁੱਛੀ ਗਈ ਹੈ, ਬਿਹੇਵੀਅਰ ਆਫ ਦਾ ਓਲਡ ਮੈਨਸ ਚਿਲਡਰਨ ਟੂਵਰਡਸ ਹਿਮ। ਕਿਸ ਤਰ੍ਹਾਂ ਦਾ ਬਿਹੇਵੀਅਰ ਸੀ ਉਸਦੇ ਪੁੱਤਰਾਂ ਦਾ, ਉਸਦੇ ਬੱਚਿਆਂ ਦਾ। ਤਾਂ ਇਹ ਬੜਾ ਕਲੀਅਰ ਹੈ, indifferent। The children are indifferent to their father and they have refused to share their jokes and secrets with him। ਜਿਹੜੇ ਸਟੂਡੈਂਟਸ ਵੀਕ ਹੋ ਉੱਥੇ ਤੁਸੀਂ ਇੱਕ ਸ਼ਬਦ ਨਾਲ ਹੀ ਸਾਰ ਸਕਦੇ ਹੋ, indifferent behavior। ਇਸ ਨਾਲ ਵੀ ਉਹਨੇ ਨੰਬਰ 1 ਮਾਰਕਸ ਮਿਲੇਗਾ। ਅਗਰ ਤੁਸੀਂ ਕੰਪਲੀਟ ਲਿਖਦੇ ਹੋ ਤਾਂ ਵੀ ਸਟੂਡੈਂਟਸ ਆਪ ਜੀ ਨੂੰ 1 ਮਾਰਕ ਮਿਲੇਗਾ। ਨੈਕਸਟ ਕੁਐਸਚਨ, what does he do after being written off by his children? ਦੇਖੋ ਇਹ ਵੀ ਆਪਾਂ ਨੇ ਵਾਰ-ਵਾਰ ਕੀਤਾ ਸੀ ਅਗੇਨ, ਕਿਉਂਕਿ ਜਿੰਨੀ ਦੇਰ ਤੱਕ ਤੁਹਾਨੂੰ ਕੁਐਸਚਨ ਸਮਝ ਨਹੀਂ ਆਏਗਾ। what does he do, ਜਦੋਂ ਉਸ ਦੇ ਰਿਟਨ ਆਫ OFF, ਜਦੋਂ ਉਸ ਦੇ ਬੱਚੇ ਉਸ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਨ ਤਾਂ ਫਿਰ ਉਹ ਕੀ ਕਰਦਾ ਹੈ? ਦੇਖੋ, he goes to sleep listening to the radio। ਆਪਣੇ ਕਮਰੇ ਵਿੱਚ ਜਾ ਕੇ ਪੈਣ ਦੀ ਕੋਸ਼ਿਸ਼ ਕਰਦਾ ਸੌਣ ਦੀ, ਪਰ ਸੌਂਦਾ ਨਹੀਂ ਹੈ, ਉਹ ਰੇਡੀਓ ਲਗਾ ਲੈਂਦਾ ਹੈ। which is accompanied with noise, ਜਿੱਥੇ ਉਸਨੂੰ ਕੁਝ ਸੁਣਦਾ ਨਹੀਂ ਹੈ, ਬਸ ਉਸਨੇ ਸਿਰਫ ਆਵਾਜ਼ਾਂ, ਤਾਂ ਕਿ ਉਸਨੂੰ ਆਪਣੇ ਘਰਦਿਆਂ ਦੀ, ਆਪਣੇ ਬੱਚਿਆਂ ਦੀ ਆਵਾਜ਼ ਸੁਣਾਈ ਨਾ ਦੇਵੇ, ਇਸ ਕਰਕੇ ਉਸਨੇ ਰੇਡੀਓ ਲਗਾਇਆ। ਲਾਸਟ ਕੁਐਸਚਨ, how can you say that his dream mirrors that the old man is either thinking about his past or future? ਇਹ ਕੁਐਸਚਨ ਥੀਮ ਨੂੰ ਰਿਪਰੈਜ਼ੈਂਟ ਕਰਦਾ ਇੱਕ ਤਰ੍ਹਾਂ ਦਾ। ਆਪਾਂ ਜਦੋਂ ਗੱਲ ਕਰਦੇ ਹਾਂਗੇ ਵੀ ਉਹ ਡ੍ਰੀਮ ਮਿਰਰਸ, ਇੱਥੇ ਗੱਲ ਕੀਤੀ ਹਿਜ਼ ਡ੍ਰੀਮ ਮਿਰਰਸ, ਤੇ ਦਾ ਆਨਸਰ ਕੀ ਆਏਗਾ ਆਪਣੇ ਕੋਲੇ ਸਟੇਟ ਵੇ, ਹੀ ਡ੍ਰੀਮਸ ਆਫ ਹਿਜ਼ ਐਨਸੈਸਟਰਸ, ਪੂਰਵਜ, ਐਨਸੈਸਟਰ ਮੀਨਸ ਪੂਰਵਜ, ਪੁਰਾਣਾ ਸਮਾਂ, ਐਂਡ ਗ੍ਰੈਂਡ ਚਿਲਡਰਨ, 2 ਸਮੇਂ ਦੀ ਗੱਲ ਕਰਦਾ ਹੈ। ਗ੍ਰੈਂਡ ਚਿਲਡਰਨ ਦੀ ਗੱਲ ਤਾਂ ਕਰਦਾ ਵੀ ਉਹਦੇ ਜਿਹੜੇ ਹੁਣ ਦੇ ਪੋਤੇ ਪੋਤੀਆਂ ਨੇ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਨੇ ਆਪਣੇ ਦਾਦਾ ਦਾਦੀ ਨਾਲ। ਦੂਜੇ ਪਾਸੇ ਉਹ ਐਨਸੈਸਟਰਸ ਦੀ ਗੱਲ ਕਰਦਾ ਹੈ ਵੀ ਜਦੋਂ ਉਸ ਦੇ ਦਾਦਾ ਦਾਦੀ ਹੁੰਦੇ ਸਨ, ਉਹ ਛੋਟਾ ਬੱਚਾ ਹੁੰਦਾ ਸੀ, ਉਹ ਆਪਣੇ ਦਾਦਾ ਦਾਦੀ ਨਾਲ ਕਿੰਨਾ ਪ੍ਰੇਮ ਪਿਆਰ ਕਰਦਾ ਹੁੰਦਾ ਸੀ। ਤਾਂ ਇੱਥੇ ਲੋਟ ਆਫ ਡਿਫਰੈਂਸ ਸਮੇਂ ਦੇ ਨਾਲ ਕਿੰਨਾ ਆ ਚੁੱਕਿਆ ਹੈ
ਉਸ ਲੋਟ ਆਫ ਡਿਫਰੈਂਸ ਜਿਹੜਾ ਸਮੇਂ ਦੇ ਨਾਲ ਆ ਚੁੱਕਿਆ ਹੈ, ਮਾੜਾ ਵਰਤਾਓ ਅੱਜ ਦੇ ਜ਼ਮਾਨੇ ਦੇ ਵਿੱਚ ਕਰ ਰਿਹਾ ਹੈ। ਤਾਂ ਇਸ ਕਵਿਤਾ ਦੇ ਰਾਹੀਂ ਅਸੀਂ ਫਿਰ ਗੱਲ ਕਰਦੇ ਹਾਂ ਕਿ ਇੱਥੇ ਕੀ ਕਿਹਾ ਉਸਨੇ। ਹੀ ਡ੍ਰੀਮਸ ਆਫ ਹਿਸ ਐਨਸੈਸਟਰਸ ਐਂਡ ਗ੍ਰੈਂਡ ਚਿਲਡਰਨ, ਦੋਨੋਂ ਗੱਲਾਂ, ਆਪਣੇ ਪੂਰਵਜਾਂ ਦੀ ਗੱਲ ਤੇ ਹੁਣ ਦੇ ਬੱਚਿਆਂ ਦਾ, ਉਹਨਾਂ ਦੇ ਸੁਭਾਅ ਦੇ ਵਿੱਚ ਕਿੰਨਾ ਜ਼ਿਆਦਾ ਡਿਫਰੈਂਸ ਆ ਚੁੱਕਿਆ ਹੈ, ਉਸ ਦੇ ਬਾਰੇ ਵਿੱਚ ਉਹ ਡ੍ਰੀਮ, ਸੁਪਨੇ ਲੈਂਦਾ ਹੈ ਤੇ ਸੋਚਦਾ ਹੈ। ਥੈਂਕ ਯੂ। ਸੋ ਡੀਅਰ ਸਟੂਡੈਂਟਸ, ਫਾਦਰ ਰਿਟਰਨਿੰਗ ਹੋਮ ਦੇ ਵਿੱਚ ਦਲੀਪ ਚਿੱਤਰੇ ਆਪਣੀ ਜੋ ਮੈਸੇਜ ਹੈ, ਜੋ ਉਹ ਗੱਲ ਕਹਿਣਾ ਚਾਹੁੰਦਾ ਹੈ, ਉਸ ਨੂੰ ਕਹਿਣ ਦੇ ਵਿੱਚ 100% ਸਕਸੈਸ ਹੋਇਆ ਹੈ। ਅਸੀਂ ਕੀ ਦੇਖਦੇ ਹਾਂ ਕਿ ਮਨੁੱਖ ਦਲੀਪ ਚਿੱਤਰੇ ਇੱਕ ਓਲਡ ਫਾਦਰ ਦੇ ਰਾਹੀਂ ਅੱਜ ਦੇ ਮਾਡਰਨ ਸੁਸਾਇਟੀ ਦਾ ਸੈਟਅਪ, ਉਸ ਦੇ ਵਿੱਚ ਕਿਸ ਤਰ੍ਹਾਂ ਮਨੁੱਖ ਦੀ ਹਾਲਤ ਹੈ, ਕਿਸ ਤਰ੍ਹਾਂ ਦੀ ਦਸ਼ਾ ਹੈ ਉਸ ਦੀ ਗੱਲ ਕਰਦਾ ਹੈ, ਜੋ ਕਿ ਮਾੜੀ ਹੈ। ਉਹ ਦਿਖਾ ਰਿਹਾ ਇੱਕ ਮਨੁੱਖ ਦੇ ਨਾਲ ਚੰਗਾ ਵਰਤਾਓ ਨਹੀਂ ਹੋ ਰਿਹਾ, ਜਿਹੜਾ ਕਿ ਉਸ ਪਰਿਵਾਰ ਦਾ ਬਜ਼ੁਰਗ ਹੈ। ਦੂਸਰੇ ਪਾਸੇ ਉਹ ਪੁਰਾਣੇ ਜ਼ਮਾਨੇ ਦੀ ਐਨਸੈਸਟਰਲ ਟਾਈਮ, ਐਂਸ਼ੀਅੰਟ ਟਾਈਮ ਦੀ ਗੱਲ ਕਰਦਾ ਹੈ, ਜਦੋਂ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ। ਉਹ ਸਮਾਂ ਬਹੁਤ ਚੰਗਾ ਹੁੰਦਾ ਸੀ ਤੇ ਉਦੋਂ ਲੋਕ ਮਟੀਰੀਅਲਿਸਟਿਕ ਨਹੀਂ ਹੁੰਦੇ ਸਨ। ਸੋ ਆਪਣਾ ਇੱਕ ਬਹੁਤ ਅੱਛਾ ਮੈਸੇਜ ਸਾਡੇ ਲਈ ਛੱਡਿਆ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਦਲੀਪ ਚਿੱਤਰੇ ਦੀ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਆਪ ਦੇ ਵਿੱਚ ਜੋ ਇੱਕ ਚੰਗੇ ਮਨੁੱਖ ਵਾਲਾ ਵਰਤਾਰਾ ਹੈ ਉਹ ਲਿਆਉਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਆਪਣੇ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਆਈਸੋਲੇਸ਼ਨ 'ਚ ਨਾ ਜਾਣਾ ਪਵੇ, ਨਾ ਫੀਲ ਕਰਨਾ ਪਵੇ। ਡਾਇਲੌਗ ਹਰ ਵਕਤ ਹਰ ਇੱਕ ਦੇ ਵਿਚਕਾਰ ਚੱਲਦੇ ਰਹਿਣਾ ਜ਼ਰੂਰੀ ਹੈ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਫਾਦਰ ਰਿਟਰਨਿੰਗ ਹੋਮ ਦਲੀਪ ਚਿੱਤਰੇ ਦੀ ਇੱਕ ਬਹੁਤ ਹੀ ਅੱਛੀ ਪੋਇਮ ਹੈ।